ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੀਆਂ ਧੁਨਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ। ਸੋ ਇਸ ਤੋਂ ਪਹਿਲਾਂ ਆਪਾਂ 6 ਧੁਨਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। 6 ਧੁਨਾਂ ਦੀਆਂ ਵਾਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸੋ ਅੱਜ ਆਪਾਂ 7ਵੀਂ ਵਾਰ ਦੀ ਧੁਨ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਇਹ ਜੋ ਧੁਨਾਂ ਹਨ 22 ਵਾਰਾਂ ਦੇ ਵਿੱਚੋਂ 9 ਵਾਰਾਂ ਨੂੰ ਧੁਨਾਂ ਜੋ ਮਿਲੀਆਂ ਹਨ, ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ ਹਨ। ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦੀ ਵਾਸਤੇ ਜਾਣ ਲੱਗੇ ਸੀ ਤਾਂ ਉਸ ਟਾਈਮ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪ ਜੀ ਤੱਕ ਸਭ ਸਤਿਗੁਰਾਂ ਨੇ ਬਾਣੀ ਦਾ ਉਚਾਰਨ ਕੀਤਾ ਹੈ, ਤਾਂ ਮੇਰੇ ਵਾਸਤੇ ਕੀ ਆਗਿਆ ਹੈ। ਤਾਂ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਤੁਹਾਡਾ ਜੋ ਸਮਾਂ ਹੋਵੇਗਾ ਉਹ ਜੰਗਾਂ ਯੁੱਧਾਂ ਦਾ ਹੋਵੇਗਾ ਤੇ ਉਸ ਦੇ ਵਿੱਚ ਬਾਣੀ ਉਚਾਰਨ ਦਾ ਸਮਾਂ ਨਹੀਂ ਮਿਲੇਗਾ। ਤਾਂ ਫਿਰ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਜੋ 22 ਵਾਰਾਂ ਹਨ, ਉਹਦੇ ਵਿੱਚੋਂ 9 ਵਾਰਾਂ ਨੂੰ ਆਪਣੀ ਮਰਜ਼ੀ ਅਨੁਸਾਰ, ਆਪਣੀ ਇੱਛਾ ਅਨੁਸਾਰ ਧੁਨਾਂ ਦੇ ਸਕਦੇ ਹੋ। ਇਹ ਹਿੱਸਾ ਸਤਿਗੁਰੂ 6ਵੇਂ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਇਆ ਹੋਇਆ ਹੈ, 9 ਵਾਰਾਂ ਨੂੰ ਧੁਨਾਂ ਦੇ ਕੇ। ਸਾਡੀ ਆਮ ਜਾਣਕਾਰੀ ਦੇ ਵਿੱਚ ਇਹੋ ਹੀ ਗੱਲ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਤੇ 6 ਗੁਰੂ ਸਾਹਿਬਾਂ ਦੀ ਬਾਣੀ ਹੈ। ਪਰ ਨਹੀਂ, ਜੇ ਅਸੀਂ ਇਤਿਹਾਸ ਦੀ ਖੋਜ ਕਰੀਏ ਜਾਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਘੋਖੀਏ, ਸਮਝੀਏ, ਤਾਂ ਉਸ ਦੇ ਵਿੱਚ 7ਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਹੈ, 6ਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਹੈ, 10ਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਹੈ। ਸੋ ਇਸ ਤਰ੍ਹਾਂ 8 ਗੁਰੂ ਸਾਹਿਬਾਨ ਦੀ ਬਾਣੀ ਗੁਰੂ ਸਾਹਿਬ ਦੇ ਵਿੱਚ ਦਰਜ ਹੈ, ਜਿਵੇਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਤੱਖ ਬਾਣੀ ਆਮ ਪੜ੍ਹਨ ਵਿੱਚ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇੱਕੋ ਹੀ ਦੋਹਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਲ ਛੁਟਕ ਬੰਧਨ ਪਰੇ ਵਾਲਾ। ਇਹ ਦੋਹਰਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਦਰਜ ਕੀਤਾ। ਤੇ ਜਿਹੜੀਆਂ 9 ਧੁਨਾਂ ਨੂੰ, 9 ਵਾਰਾਂ ਨੂੰ ਧੁਨਾਂ ਮਿਲੀਆਂ ਹਨ, ਇਹ 6ਵੇਂ ਪਾਤਸ਼ਾਹ ਜੀ ਨੇ ਦਰਜ ਕੀਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਵਾਰ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੇ ਇੱਕ ਪੰਗਤੀ ਦਰਜ ਕੀਤੀ ਹੈ। ਤਾਂ ਉਸ ਹਿਸਾਬ ਦੇ ਨਾਲ ਅਸੀਂ ਜੇ ਮੰਨੀਏ ਤਾਂ 9 ਧੁਨਾਂ ਦੇ ਵਿੱਚ, 9 ਵਾਰਾਂ ਦੇ ਵਿੱਚ 9 ਪੰਗਤੀਆਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਹਨ ਤੇ ਇੱਕ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, 15 ਭਗਤਾਂ ਤੇ 8 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਤੇ ਦੂਜੇ ਭਾਈ ਗੁਰਮੁਖਾਂ ਦੀ ਬਾਣੀ ਦਰਜ ਹੈ। ਭਾਈ ਸੱਤਾ ਬਲਵੰਡ ਜੀ ਹੋ ਗਏ, ਤਾਂ ਭਾਈ ਮੋਹ ਸੁੰਦਰ ਜੀ ਹੋ ਗਏ, ਤਾਂ ਇਸ ਤਰ੍ਹਾਂ ਹੋਰ ਗੁਰਸਿੱਖ ਹੋ ਗਏ ਹਨ। ਇਹ ਇਸ ਤਰ੍ਹਾਂ ਗੁਰਬਾਣੀ ਭਗਤਾਂ ਦੀ, ਗੁਰਮੁਖਾਂ ਦੀ ਵੀ ਦਰਜ ਹੈਗੀ ਹੈ। ਸੋ ਅੱਜ ਆਪਾਂ 7ਵੀਂ ਧੁਨ ਦੀ ਗੱਲ ਕਰਾਂਗੇ। ਸੋ 7ਵੀਂ ਧੁਨ ਜੋ ਹੈ, ਸਾਰੰਗ ਦੀ ਵਾਰ ਨੂੰ ਸਤਿਗੁਰੂ 6ਵੇਂ ਪਾਤਸ਼ਾਹ ਜੀ ਨੇ 7ਵੀਂ ਧੁਨ ਦਿੱਤੀ ਹੈ। ਸੋ ਸਾਰੰਗ ਦੀ ਵਾਰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1237 ਦੇ ਉੱਪਰ ਸੁਭਾਇਮਾਨ ਹੈ। 1237 ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਸਾਰੰਗ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਵਾਰ ਦੇ ਵਿੱਚ ਇਸ ਤਰ੍ਹਾਂ ਸਟਾਰਟ ਹੁੰਦੀ ਹੈ, ਪ੍ਰਾਰੰਭ ਹੁੰਦੀ ਹੈ, ਸ਼ੁਰੂ ਹੁੰਦੀ ਹੈ। ਸਾਰੰਗ ਕੀ ਵਾਰ ਮਹੱਲਾ ਚੌਥਾ। ਰਾਏ ਮਹਿਮੇ ਹਸਨੇ ਕੀ ਧੁਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪਿਆਰੀ ਸਾਧ ਸੰਗਤ ਜੀ,
ਇਹ ਸਾਰੰਗ ਦੀ ਵਾਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਹੈ। ਇਸ ਵਿੱਚ ਸ਼ਲੋਕ ਅਤੇ ਮਹੱਲੇ ਸਾਂਝੇ ਹਨ, ਦੂਸਰੇ ਗੁਰੂਆਂ ਦੇ ਸਾਂਝੇ ਹਨ ਅਤੇ ਪੌੜੀਆਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਕਿਉਂਕਿ ਜਿਹੜੇ ਸਤਿਗੁਰਾਂ ਦੀਆਂ ਪੌੜੀਆਂ ਹੋਣ ਵਾਰ ਦੇ ਵਿੱਚ, ਉਸ ਵਾਰ ਨੂੰ ਉਸੇ ਸਤਿਗੁਰੂ ਦਾ ਮਹੱਲਾ ਦਿੱਤਾ ਜਾਂਦਾ। ਵਾਰ ਉਸੇ ਸਤਿਗੁਰੂ ਦੇ ਨਾਮ ਤੋਂ ਸ਼ੁਰੂ ਹੁੰਦੀ ਹੈ। ਵਾਰ ਦੇ ਵਿੱਚ ਸ਼ਲੋਕ ਮਹੱਲੇ ਭਾਵੇਂ ਹੋਰ ਕਿਸੇ ਸਤਿਗੁਰੂ ਜੀ ਦੇ ਵੀ ਹੋਣ, ਪਰ ਪੌੜੀਆਂ ਸਾਰੀਆਂ ਉਸੇ ਸਤਿਗੁਰੂ ਦੀਆਂ ਹੁੰਦੀਆਂ ਹਨ ਜਿਹੜੇ ਸਤਿਗੁਰੂ ਜੀ ਦੇ ਨਾਮ ਤੋਂ ਵਾਰ ਸ਼ੁਰੂ ਹੁੰਦੀ ਹੈ। ਜਿਵੇਂ ਇਹ ਵਾਰ ਹੈ ਸਾਰੰਗੀ ਵਾਰ, ਮਹੱਲਾ ਚੌਥਾ ਤੋਂ ਸ਼ੁਰੂ ਹੁੰਦੀ ਹੈ। ਸੋ ਮਹੱਲੇ ਚੌਥੇ ਤੋਂ ਸ਼ੁਰੂ ਹੁੰਦੀ ਹੈ। ਇਸ ਦਾ ਭਾਵ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਤੇ ਇਸ ਵਾਰ ਵਿੱਚ ਜੋ ਸ਼ਲੋਕ ਹਨ ਜਾਂ ਮਹੱਲੇ ਹਨ ਉਹ ਆਪਾਂ ਨੂੰ ਕਈ ਮਹੱਲਿਆਂ ਨਾਲ ਪੜ੍ਹਨ ਨੂੰ ਮਿਲ ਜਾਣਗੇ। ਮਹੱਲਾ ਦੂਜੇ ਤੋਂ ਵੀ, ਮਹੱਲੇ ਪਹਿਲੇ ਤੋਂ ਵੀ, ਮਹੱਲੇ ਤੀਜੇ ਤੋਂ ਵੀ, ਪਰ ਉਹ ਮਹੱਲੇ ਹਨ ਸਤਿਗੁਰਾਂ ਜੀ ਦੀ ਸਾਂਝ। ਪਰ ਪੌੜੀਆਂ ਜੋ ਗੁਰੂ ਰਾਮਦਾਸ ਜੀ ਦੀਆਂ ਹਨ, ਇਸ ਕਰਕੇ ਇਹ ਵਾਰ ਗੁਰੂ ਰਾਮਦਾਸ ਜੀ ਦੇ ਨਾਮ ਤੇ ਹੀ ਹੈ। ਸੋ ਸੰਗਤ ਜੀ, ਇਸ ਵਾਰ ਵਿੱਚ ਰਾਏ ਮਹਿਮੇ ਹਸਨੇ ਕੀ ਧੁਨ, ਇਹ ਅੱਖਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਬਾਣੀ ਵਿੱਚ ਆਪ ਲਿਖਵਾਏ ਹਨ। ਸੋ ਹੁਣ ਆਪਾਂ ਸਰਵਣ ਕਰਦੇ ਹਾਂ ਕਿ ਰਾਏ ਮਹਿਮਾ ਅਤੇ ਰਾਏ ਹਸਨਾ ਕੌਣ ਸਨ। ਸੰਗਤ ਜੀ, ਰਾਏ ਮਹਿਮਾ ਅਤੇ ਰਾਏ ਹਸਨਾ ਇਹ ਦੋਵੇਂ ਸਕੇ ਭਰਾ ਸੀ ਤੇ ਭੱਟੀ ਜਾਤੀ ਦੇ ਰਾਜਪੂਤ ਸਨ। ਭੱਟੀ ਜਾਤੀ ਨਾਲ ਸੰਬੰਧ ਰੱਖਦੇ ਸਨ ਅਤੇ ਰਾਜਪੂਤ ਜਾਤੀ ਦੇ ਵਿੱਚ ਸਨ। ਸੋ ਜਿਹੜੇ ਭੱਟੀ ਜਾਤੀ ਦੇ ਲੋਕ ਹਨ, ਅਸਲ ਦੇ ਵਿੱਚ ਇਹ ਰਾਜਪੂਤੀ ਜਾਤ ਦੇ ਨਾਲ ਸੰਬੰਧ ਰੱਖਦੇ ਆ। ਸੋ ਇਹ ਪਿੱਛੇ ਤੋਂ ਹੀ ਰਾਜੇ ਮਹਾਰਾਜਿਆਂ ਦੀ ਵੰਸ਼ ਵਿੱਚੋਂ ਹਨ। ਅਜੋਕੇ ਸਮੇਂ ਵਿੱਚ ਭਾਵੇਂ ਇਹ ਦਿਹਾੜੀ ਕਰਨ ਜਾਂ ਆਪਦੀ ਕਿਰਤ ਕਮਾਈ ਕਰਨ, ਮਜ਼ਦੂਰੀ ਕਰਦੇ ਹਨ, ਪਰ ਇਹਨਾਂ ਦਾ ਜੋ ਭੱਟੀਆਂ ਦਾ ਪਿਛੋਕੜ ਹੈ ਇਹ ਰਾਜੇ ਮਹਾਰਾਜੇ ਰਾਜਪੂਤ ਰਾਜੇ ਮਹਾਰਾਜਿਆਂ ਦਾ ਹੈ। ਸੋ ਸੰਗਤ ਜੀ, ਕਾਂਗੜੇ ਦੇ ਛੋਟੇ ਛੋਟੇ ਇਲਾਕਿਆਂ ਦੇ ਰਾਏ ਮਹਿਮਾ ਤੇ ਰਾਏ ਹਸਨਾ ਰਾਜੇ ਸਨ ਅਤੇ ਦਿੱਲੀ ਦੇ ਸ਼ਾਹੀ ਦਰਬਾਰ ਵਿੱਚ ਸਾਲ ਦੇ ਸਾਲ ਟੈਕਸ ਭਰ ਕੇ ਆਉਂਦੇ ਸਨ। ਰਾਏ ਮਹਿਮਾ ਬੜਾ ਸੂਰਬੀਰ ਅਤੇ ਧਰਮਾਤਮਾ ਬੰਦਾ ਸੀ ਅਤੇ ਇਸ ਦਾ ਭਰਾ ਰਾਏ ਹਸਨਾ ਬੜਾ ਚਤਰ ਅਤੇ ਦਿਲ ਦਾ ਕਪਟੀ ਤੇ ਖੋਟਾ ਬੰਦਾ ਸੀ। ਜਦੋਂ ਰਾਏ ਹਸਨਾ ਦਿੱਲੀ ਟੈਕਸ ਭਰਨ ਜਾਂਦਾ ਤਾਂ ਰਾਏ ਮਹਿਮਾ ਵੀ ਆਪਣੇ ਭਰਾ ਉੱਪਰ ਵਿਸ਼ਵਾਸ ਕਰਕੇ ਉਸ ਨੂੰ ਪੈਸੇ ਦੇ ਕੇ ਆਖਦਾ ਸੀ ਕਿ ਮੇਰੇ ਵੱਲੋਂ ਵੀ ਤੂੰ ਟੈਕਸ ਭਰ ਆਈ। ਰਾਏ ਹਸਨਾ ਆਪਣੇ ਭਰਾ ਕੋਲੋਂ ਪੈਸੇ ਲੈ ਕੇ ਦਿੱਲੀ ਚਲਾ ਜਾਂਦਾ, ਪਰ ਆਪਣੇ ਵੱਲੋਂ ਟੈਕਸ ਭਰ ਕੇ ਆਪਣੇ ਆਪ ਨੂੰ ਹਾਜ਼ਰ ਲਿਖਵਾ ਦਿੰਦਾ ਅਤੇ ਆਪਣੇ ਭਰਾ ਰਾਏ ਮਹਿਮਾ ਦਾ ਉਹ ਟੈਕਸ ਨਹੀਂ ਭਰਦਾ ਸੀ ਅਤੇ ਆਪਣੇ ਭਰਾ ਰਾਏ ਮਹਿਮਾ ਨੂੰ ਗੈਰ ਹਾਜ਼ਰ ਲਿਖਵਾ ਦਿੰਦਾ ਸੀ ਅਤੇ ਉਸ ਦੇ ਸਾਰੇ ਪੈਸੇ ਆਪਣੇ ਪਾਸ ਰੱਖ ਲੈਂਦਾ ਸੀ। ਜਾਣੀ ਕਿ ਆਪਣੇ ਭਰਾ ਦੇ ਟੈਕਸ ਵਾਲੇ ਪੈਸੇ ਆਪ ਖਾ ਜਾਂਦਾ ਸੀ, ਉੱਥੇ ਭਰ ਕੇ ਨਹੀਂ ਆਉਂਦਾ ਸੀ ਤੇ ਨਾਲੇ ਆਪਦੇ ਭਰਾ ਨੂੰ ਗੈਰ ਹਾਜ਼ਰ ਲਿਖਾ ਆਉਂਦਾ ਸੀ। ਆਪ ਆਪਣਾ ਟੈਕਸ ਭਰ ਆਉਂਦਾ ਸੀ ਦਿੱਲੀ ਤੇ ਆਪਣੇ ਆਪ ਨੂੰ ਹਾਜ਼ਰ ਵੀ ਲਿਖਾ ਆਉਂਦਾ ਸੀ। ਸੋ ਇਸ ਤਰੀਕੇ ਦੇ ਨਾਲ ਉਹ ਆਪਣੇ ਵੱਡੇ ਭਰਾ ਰਾਏ ਮਹਿਮਾ ਦੇ ਨਾਲ ਰਾਏ ਹਸਨਾ ਬੇਈਮਾਨੀ ਕਰਦਾ ਸੀ। ਰਾਏ ਹਸਨਾ ਘਰ ਆ ਕੇ ਆਪਣੇ ਭਰਾ ਰਾਏ ਮਹਿਮਾ ਕੋਲ ਝੂਠ ਬੋਲ ਦਿੰਦਾ ਸੀ ਕਿ ਉਸਨੇ ਤੇਰਾ ਸਾਰਾ ਟੈਕਸ ਭਰ ਦਿੱਤਾ। ਬਹੁਤ ਸਮਾਂ ਬੀਤਣ ਉੱਤੇ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਰਾਏ ਮਹਿਮਾ ਟੈਕਸ ਨਹੀਂ ਭਰ ਰਿਹਾ, ਤਾਂ ਅਕਬਰ ਬਾਦਸ਼ਾਹ ਨੇ ਰਾਏ ਮਹਿਮਾ ਨੂੰ ਆਪਣੇ ਪਾਸ ਦਿੱਲੀ ਬੁਲਾ ਕੇ ਕੈਦ ਕਰ ਲਿਆ। ਫਿਰ ਰਾਏ ਮਹਿਮਾ ਬਹੁਤ ਦੇਰ ਤੱਕ ਕੈਦ ਵਿੱਚ ਬੰਦ ਰਿਹਾ। ਇੱਕ ਵਾਰ ਬਾਦਸ਼ਾਹ ਨੇ ਖੇਡਾਂ ਕਰਵਾਈਆਂ ਜਿਸ ਵਿੱਚ ਉਸਨੇ ਧਰਤੀ ਵਿੱਚ ਇੱਕ ਕਿੱਲਾ ਗੱਡ ਕੇ ਕਿਹਾ ਕਿ ਜੋ ਵੀ ਇਸ ਕਿੱਲੇ ਨੂੰ ਵਰਸ਼ੇ ਜਾਂ ਨੇਜੇ ਨਾਲ, ਵਰਸ਼ਾ ਕਹਿ ਦਿੰਦੇ ਜਾਂ ਨੇਜਾ ਕਹਿ ਦਿੰਦੇ ਆਪਾਂ,
ਸੋ ਜੋ ਵੀ ਕੋਈ ਇਸ ਕਿੱਲੇ ਨੂੰ ਵਰਸ਼ੇ ਨਾਲ ਪਹਿਲੀ ਵਾਰ ਪੁੱਟ ਦੇਵੇਗਾ, ਉਸ ਨੂੰ ਭਾਰੀ ਇਨਾਮ ਦਿੱਤਾ ਜਾਵੇਗਾ। ਬਹੁਤ ਜਵਾਨਾਂ ਨੇ ਘੋੜਾ ਦੌੜਾ ਕੇ ਨੇਜੇ ਨਾਲ ਕਿੱਲਾ ਪੁੱਟਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਕੋਲੋਂ ਵੀ ਕਿੱਲਾ ਨਾ ਪੁੱਟਿਆ ਗਿਆ। ਉਸ ਮੇਲੇ ਵਿੱਚ ਰਾਏ ਮਹਿਮੇ ਦਾ ਇੱਕ ਦੋਸਤ ਖੜਾ ਸੀ। ਉਸਨੇ ਕਿਹਾ ਕਿ ਹੇ ਬਾਦਸ਼ਾਹ, ਇਸ ਕਿੱਲੇ ਨੂੰ ਇੱਕੋ ਹੀ ਮਨੁੱਖ ਪੁੱਟ ਸਕਦਾ ਹੈ ਤੇ ਉਸ ਦਾ ਨਾਮ ਹੈ ਰਾਏ ਮਹਿਮਾ। ਜੋ ਰਾਏ ਮਹਿਮਾ ਇਤਨਾ ਸੂਰਬੀਰ ਯੋਧਾ ਹੈ ਕਿ ਉਹ ਇਸ ਕਿੱਲੇ ਨੂੰ ਪੁੱਟ ਸਕਦਾ ਹੈ। ਬਾਦਸ਼ਾਹ ਨੇ ਕਿਹਾ ਕਿ ਰਾਏ ਮਹਿਮਾ ਕਿੱਥੇ ਹੈ ਤੇ ਹੁਣ ਕਿੱਥੇ ਮਿਲੇਗਾ? ਤਾਂ ਰਾਏ ਮਹਿਮਾ ਦੇ ਮਿੱਤਰ ਨੇ ਕਿਹਾ ਕਿ ਉਸਨੂੰ ਤਾਂ ਤੁਸੀਂ ਕੈਦ ਵਿੱਚ ਪਾਇਆ ਹੋਇਆ। ਬਾਦਸ਼ਾਹ ਨੇ ਰਾਏ ਮਹਿਮੇ ਨੂੰ ਸਿਪਾਹੀ ਭੇਜ ਕੇ ਬਾਹਰ ਬੁਲਾਇਆ ਕੈਦ ਵਿੱਚੋਂ ਅਤੇ ਕਿਹਾ ਕਿ ਤੂੰ ਇਸ ਕਿੱਲੇ ਨੂੰ ਘੋੜੇ ਉੱਤੇ ਚੜ੍ਹ ਕੇ ਨੇਜੇ ਨਾਲ ਇੱਕੋ ਵਾਰੀ ਵਿੱਚ ਪੁੱਟ ਸੁੱਟਣਾ ਹੈ। ਰਾਏ ਮਹਿਮੇ ਨੇ ਕਿਹਾ ਕਿ ਠੀਕ ਹੈ ਜੀ। ਉਸ ਵੇਲੇ ਰਾਏ ਮਹਿਮੇ ਨੇ ਘੋੜੇ ਨੂੰ ਤੇਜ਼ ਦੌੜਾ ਕੇ ਪਹਿਲੀ ਵਾਰ ਵਿੱਚ ਹੀ ਨੇਜੇ ਨਾਲ ਕਿੱਲਾ ਪੁੱਟ ਦਿੱਤਾ। ਇਹ ਦੇਖ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਆਖਿਆ, ਮੰਗ ਕੀ ਮੰਗਦਾ, ਤੈਨੂੰ ਕੀ ਚਾਹੀਦਾ? ਰਾਏ ਮਹਿਮਾ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਆਪ ਜੀ ਨੇ ਮੈਨੂੰ ਬੇਗੁਨਾਹ ਅਤੇ ਨਾ ਹੱਕ ਹੀ ਕੈਦ ਵਿੱਚ ਕੀਤਾ ਹੋਇਆ। ਮੈਂ ਆਪਣਾ ਟੈਕਸ ਆਪਣੇ ਭਰਾ ਰਾਏ ਮਹਿਮੇ ਹਸਨੇ ਨੂੰ ਦੇ ਕੇ ਭੇਜਦਾ ਰਿਹਾ ਹਾਂ, ਪਰ ਉਹ ਆਪਣਾ ਟੈਕਸ ਭਰ ਜਾਂਦਾ ਸੀ ਅਤੇ ਮੇਰੇ ਪੈਸੇ ਆਪ ਖਾ ਜਾਂਦਾ ਸੀ ਤੇ ਨਾਲੇ ਮੈਨੂੰ ਗੈਰ ਹਾਜ਼ਰ ਲਿਖਵਾ ਜਾਂਦਾ ਸੀ। ਆਪ ਜੀ ਨੇ ਮੈਨੂੰ ਇੱਥੇ ਬੁਲਾ ਕੇ ਮੇਰੀ ਬੇਨਤੀ ਨਹੀਂ ਸੁਣੀ ਅਤੇ ਇੱਕ ਤਰਫਾ ਫੈਸਲਾ ਕਰਕੇ ਮੈਨੂੰ ਕੈਦ ਵਿੱਚ ਬੰਦ ਕਰ ਦਿੱਤਾ ਹੈ। ਸੋ ਮੈਨੂੰ ਕੈਦ ਤੋਂ ਆਜ਼ਾਦ ਕੀਤਾ ਜਾਏ ਅਤੇ ਮੇਰੇ ਭਰਾ ਕੋਲੋਂ ਮੇਰਾ ਰਾਜ ਵਾਪਸ ਦਿਵਾਇਆ ਜਾਏ। ਇਹ ਸੁਣ ਕੇ ਬਾਦਸ਼ਾਹ ਨੇ ਕਿਹਾ ਕਿ ਤੂੰ ਮੇਰੀਆਂ ਫੌਜਾਂ ਲੈ ਜਾ ਅਤੇ ਰਾਏ ਹਸਨੇ ਨਾਲ ਜੰਗ ਕਰਕੇ ਆਪਣਾ ਰਾਜ ਵਾਪਸ ਲੈ ਲਾ ਅਤੇ ਉਸਨੂੰ ਉਸਦੇ ਕੀਤੇ ਹੋਏ ਦੀ ਸਜ਼ਾ ਦੇ। ਫੇਰ ਬਹੁਤ ਸਾਰੀਆਂ ਫੌਜਾਂ ਲੈ ਕੇ ਰਾਏ ਮਹਿਮੇ ਨੇ ਰਾਏ ਹਸਨੇ ਨਾਲ ਭਾਰੀ ਜੰਗ ਕੀਤੀ, ਜਿਸ ਵਿੱਚ ਰਾਏ ਮਹਿਮਾ ਜਿੱਤ ਗਿਆ ਅਤੇ ਰਾਏ ਹਸਨੇ ਨੂੰ ਕੈਦ ਵਿੱਚ ਕਰਕੇ ਉਸ ਦਾ ਰਾਜ ਭਾਗ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ। ਕੁਝ ਦੇਰ ਬਾਅਦ ਰਾਏ ਮਹਿਮੇ ਨੇ ਆਪਣੇ ਕਿਰਪਾਲੂ ਸੁਭਾਅ ਅਨੁਸਾਰ ਆਪਣੇ ਭਰਾ ਹਸਨੇ ਦਾ ਅਪਰਾਧ ਮਾਫ਼ ਕਰਕੇ ਉਸਨੂੰ ਉਸਦਾ ਰਾਜ ਵਾਪਸ ਕਰ ਦਿੱਤਾ ਅਤੇ ਫਿਰ ਹਸਨਾ ਫਿਰ ਤੋਂ ਰਾਜ ਕਰਨ ਲੱਗਾ। ਰਾਏ ਮਹਿਮੇ ਦੀ ਇਸ ਬਹਾਦਰੀ ਵਾਲੀ ਗਾਥਾ ਉੱਪਰ ਉਸ ਸਮੇਂ ਦੇ ਕਵੀਆਂ ਨੇ ਅਤੇ ਢਾਡੀਆਂ ਨੇ ਗੀਤ ਗਾਏ, ਪੌੜੀਆਂ ਗਾਈਆਂ, ਗਾਥਾ ਬਣਾਈਆਂ, ਵਾਰਾਂ ਲਿਖੀਆਂ। ਸੋ ਉਸ ਸਮੇਂ ਦੇ ਜੋ ਢਾਡੀਆਂ ਨੇ ਵਾਰਾਂ ਲਿਖੀਆਂ ਸਨ ਰਾਏ ਮਹਿਮੇ ਦੇ ਨਾਮ ਦੇ ਉੱਤੇ, ਰਾਏ ਮਹਿਮੇ ਦੀ ਬਹਾਦਰੀ ਨੂੰ ਦੇਖ ਕੇ, ਤਾਂ ਉਹਨਾਂ ਦੇ ਵਿੱਚੋਂ ਇੱਕ ਵਾਰ ਇਸ ਪ੍ਰਕਾਰ ਹੈ। ਮਹਿਮਾ ਹਸਨਾ ਰਾਜਪੂਤ ਰਾਏ ਭਾਰੀ ਭੱਟੀ। ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਭੱਟੀ। ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ। ਭੇੜ ਦੋਹਾਂ ਦਾ ਮੱਚਿਆ ਸਰ ਵਗੇ ਸਫੱਟੀ। ਮਹਿਮੇ ਪਾਈ ਫਤਿਹ ਰਣ ਗਲ ਹਸਨੇ ਘੱਟੀ। ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ। ਇਹ ਪੌੜੀ ਉਸ ਸਮੇਂ ਦੇ ਢਾਡੀਆਂ ਨੇ ਜਾਂ ਕਵੀਆਂ ਨੇ ਰਾਜੇ ਹਸਨੇ ਦੇ ਨਾਮ ਦੇ ਉੱਤੇ ਲਿਖ ਕੇ ਗਾਈ ਅਤੇ ਉਸ ਜ਼ਮਾਨੇ ਅਕਬਰ ਬਾਦਸ਼ਾਹ ਦੇ ਜ਼ਮਾਨੇ ਵਿੱਚ ਇਹ ਪੌੜੀ ਜਾਂ ਰਾਏ ਮਹਿਮੇ ਦੀ ਗਾਥਾ ਮਸ਼ਹੂਰ ਹੋਈ। ਸੋ ਜਦ ਇਹ ਵਾਰ ਅਕਾਲ ਤਖ਼ਤ ਹੇਠਾਂ ਖਲੋ ਕੇ ਢਾਡੀਆਂ ਨੇ ਛੇਵੇਂ ਪਾਤਸ਼ਾਹ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਭਾਈ ਗੁਰਦਾਸ ਜੀ ਪਾਸੋਂ ਸਾਰੰਗ ਦੀ ਵਾਰ ਦੇ ਆਰੰਭ ਵਿੱਚ ਰਾਏ ਮਹਿਮੇ ਹਸਨੇ ਕੀ ਧੁਨ ਵਾਲੇ ਅੱਖਰ ਲਿਖਵਾ ਕੇ ਰਾਗੀਆਂ ਨੂੰ ਹੁਕਮ ਦਿੱਤਾ ਕਿ ਜਿਸ ਤਰੀਕੇ ਨਾਲ ਮਹਿਮੇ ਹਸਨੇ ਦੀ ਪੌੜੀ ਗਾਈ ਜਾਂਦੀ ਹੈ, ਉਸੇ ਧੁਨ ਜਾਂ ਉਸੇ ਤਰਜ ਜਾਂ ਉਸੇ ਲਹਿਜੇ ਵਿੱਚ ਸਾਰੰਗ ਦੀ ਵਾਰ ਦੀਆਂ ਸਾਰੀਆਂ ਪੌੜੀਆਂ ਗਾਈਆਂ ਜਾਣ।
ਸੋ ਸਾਰੰਗ ਦੀ ਵਾਰ ਦੀ ਪਹਿਲੀ ਪੌੜੀ ਇਸ ਪ੍ਰਕਾਰ ਹੈ। ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ, ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ। ਤ੍ਰੈ ਗੁਣ ਆਪ ਸਿਰਜਿਆਨ ਮਾਇਆ ਮੋਹ ਵਧਾਇਆ, ਗੁਰ ਪ੍ਰਸਾਦੀ ਉਬਰੇ ਜਿਨ ਭਾਣਾ ਪਾਇਆ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਇਸ ਪੌੜੀ ਦਾ ਭਾਵ ਅਰਥ ਹੈ ਕਿ ਕਾਲਖ ਤੋਂ ਰਹਿਤ ਪ੍ਰਮਾਤਮਾ ਜਿਸਨੇ ਆਪਣੇ ਆਪ ਨੂੰ ਰਚਿਆ ਹੈ, ਉਹ ਸਾਰਾ ਕੁਝ ਖੁਦ ਆਪ ਹੀ ਹੈ। ਸਾਰੇ ਜਗਤ ਦੀ ਖੇਡ ਉਸਨੇ ਆਪ ਹੀ ਬਣਾਈ ਹੈ। ਉਸਨੇ ਖੁਦ ਹੀ 3 ਗੁਣਾ ਰਜੋਗੁਣ, ਸਤੋਗੁਣ, ਤਮੋਗੁਣ ਨੂੰ ਰਚ ਕੇ ਇਸ ਵਿੱਚ ਸੰਸਾਰੀ ਪਦਾਰਥਾਂ ਦੇ ਪਿਆਰ ਨੂੰ ਵਧਾਇਆ। ਗੁਰੂ ਜੀ ਦੀ ਕਿਰਪਾ ਦੁਆਰਾ ਕੇਵਲ ਉਹੀ ਪਾਰ ਉਤਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਰਜਾ ਪਿਆਰੀ ਲੱਗਦੀ ਹੈ। ਚੌਥੇ ਗੁਰੂ ਨਾਨਕ ਜੀ ਬਚਨ ਕਰਦੇ ਹਨ ਕਿ ਸੱਚਾ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਅਤੇ ਸਾਰੇ ਹੀ ਸੱਚੇ ਸਵਾਮੀ ਵਿੱਚ ਰਚੇ ਹੋਏ ਹਨ। ਸੋ ਸੰਗਤ ਜੀ, ਇਸ ਤਰ੍ਹਾਂ ਮਹਿਮੇ ਹਸਨੀ ਦੀ ਵਾਰ ਦੀਆਂ ਵੀ 5 ਪੰਗਤੀਆਂ ਹਨ ਅਤੇ ਸਾਰੰਗ ਦੀ ਵਾਰ ਦੀਆਂ ਵੀ 5 ਪੰਗਤੀਆਂ ਹਨ। ਗਿਣ ਕੇ ਦੇਖ ਲਓ ਭਾਵੇਂ। ਸੋ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੰਗ ਦੀ ਵਾਰ ਦੇ ਆਰੰਭ ਵਿੱਚ ਸਿਰਫ ਇੰਨਾ ਹੀ ਲਿਖਿਆ ਸੀ, ਸਾਰੰਗ ਕੀ ਵਾਰ ਮਹੱਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਤੇ ਫਿਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸਾਰੰਗ ਕੀ ਵਾਰ ਮਹੱਲਾ ਚੌਥਾ ਦੇ ਨਾਲ ਰਾਏ ਮਹਿਮੇ ਹਸਨੇ ਕੀ ਧੁਨ ਲਿਖਵਾ ਦਿੱਤਾ। ਸੋ ਸੰਗਤ ਜੀ, ਰਾਏ ਮਹਿਮੇ ਹਸਨੇ ਦੀ ਧੁਨ ਵਾਲੀ ਪੰਗਤੀ 6ਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਤਰ੍ਹਾਂ 5ਵੇਂ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ 6ਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਣਾ ਹਿੱਸਾ ਪਾ ਦਿੱਤਾ। ਸੰਗਤ ਜੀ, ਫਿਰ ਮਿਲਦੇ ਹਾਂ 8ਵੀਂ ਧੁਨ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।